सतनाम करता पुरख निरभਉ निर्वैर अकाल मूरत अजूनी सैवं गुर प्रसाद जप आद सच जुगाद सच है भी सच नानक होसी भी सच। हे प्राणनाथ गोविंद कृपा निधान जगत गुरु। हे संसार ताप हरन करुणा वै सब दुख हरो। हे शरण जोग दयाल दीनानाथ मया करो। शरीर स्वस्थ खीन समय सिमरंत नानक राम दमोदर माधवै। बेशुमार अथाह गणत अतुलै ज्यों बुलावो त्यों नानक दास बोलै। सतनाम श्री वाहिगुरु साहिब जी आसा। अंतर मैल जे तीरथ नहावै तिस वैकुंठ ना जाना। लोग पतीने कछु ना होवै नाहि राम एआना। पूजो राम एक ही देवा साचा नामन गुर की सेवा। रहाओ जल कै मज्जन जे गत होवै नित नित मेढक नहावै। जैसे मेढक तैसे होए नर फिर फिर जोनी आवै। मनो कठोर मरै बानारस नरक न बांचया जाई। हर का संत मरै हाड़ंबै ता सगली सैन तराई। दिनस नारायण वेदनी शास्त्र तहाँ बसै निरंकारा। कह कबीर नर तिसै त्यावो बावरिया संसारा। दिनस नारायण वेदनी शास्त्र तहाँ बसै निरंकारा। कह कबीर नर तिसै त्यावो बावरिया संसारा। वाहिगुरु जी का खालसा वाहिगुरु जी की फतेह। परम सत्कारयोग जुगो जुग अटल चवर छतर तख्त दे मालक शब्द गुरु धन धन श्री गुरु ग्रंथ साहिब जी महाराज सच्चे पातशाह जी दे पावन चरणां दे विच हाज़रीन गुरमुख प्यारे सत संगी जनों। गुरु पातशाह जी ने बख्शिश की है माई चरण गुर मीठे वड्डे भाग देवै परमेश्वर। कोट भला दर्शन गुर डिठे। कबीर स्वर्ग नरक ते मैरियो सतगुर के प्रसाद। चरण कमल की मौज में रहूं अंत अर आद। कबीर चरण कमल की मौज को कैसे उन्मान। कहबे को शोभा नहीं देखा ही परवान।
ਐਸੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਜੁੜ ਕੇ ਬੈਠਣ ਦਾ, ਸਤ ਸੰਗਤ ਕਰਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ ਹੈ। ਔਰ ਅੱਜ ਦਾ ਜੋ ਪਾਵਨ ਦਿਹਾੜਾ ਹੈ, ਭਾਦਰੋਂ ਸੁਦੀ ਏਕਮ ਨੂੰ 1661 ਬਿਕਰਮੀ ਸੰਮਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਗੁਰੂ ਪ੍ਰਕਾਸਿਓ, ਹਰ ਰਸਨ ਬਸਾਇਓ। ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਕੇ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੀ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਗਿਆ। ਸੋ ਅੱਜ ਐਸਾ ਇਹ ਮਹਾਨ ਪਾਵਨ ਦਿਹਾੜਾ ਆਪਾਂ ਨੂੰ ਇਹ ਸਮਾਂ ਮਿਲਿਆ ਹੈ ਗੁਰੂ ਦੀ ਉਸਤਤ ਵਡਿਆਈ ਕਰਨ ਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਸਾ ਕੀ ਵਾਰ ਦੇ ਵਿੱਚ ਫਰਮਾਨ ਕਰਦੇ ਨੇ, ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਸਤਿਗੁਰੂ ਹੈ ਬੋਇਤਾ ਵਿਰਲੇ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਸਤਿਗੁਰੂ ਦੀ ਮਹਿਮਾ ਅਪਰਮ ਅਪਾਰ ਹੈ। ਸਤਿਗੁਰੂ ਤੋਂ ਕੁਰਬਾਨ, ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ। ਸਤਿਗੁਰੂ ਤੋਂ ਸਦਕੇ ਜਾਈਏ ਜਿਨ੍ਹਾਂ ਨੂੰ ਮਿਲਦਿਆਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜੀਵ ਵਾਹਿਗੁਰੂ ਦਾ ਨਾਮ ਸੰਭਾਲਦਾ ਹੈ, ਸਿਮਰਦਾ ਹੈ। ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ। ਗੁਰੂ ਨੇ ਰੂਹਾਨੀਅਤ ਦਾ ਉਪਦੇਸ਼ ਦੇ ਕੇ ਸਾਡੇ ਮਨ ਔਰ ਬੁੱਧ ਦੋ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ। ਜਦੋਂ ਮਨ ਔਰ ਬੁੱਧ ਇਹਨਾਂ ਦੋ ਅੱਖਾਂ ਦੇ ਵਿੱਚ ਗੁਰੂ ਦੇ ਗਿਆਨ ਦਾ, ਗੁਰੂ ਦੇ ਸ਼ਬਦ ਦਾ ਸੁਰਮਾ ਪਿਆ ਤਾਂ ਇਹਨਾਂ ਨੇਤਰਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਨੂੰ ਵੇਖ ਲੈਣਾ ਕੀਤਾ। ਇਸ ਸੰਸਾਰ ਦੇ ਵਿੱਚ ਖਸਮ ਛੋੜ ਦੂਜਾ ਲੱਗੇ, ਡੂਬੇ ਸੇ ਵਣਜਾਰਿਆ। ਪਰ ਜਿਹੜੇ ਮਾਲਕ ਨੂੰ ਛੱਡ ਕੇ ਹੋਰ ਪਾਸੇ ਲੱਗੇ ਹਨ ਉਹ ਡੁੱਬ ਗਏ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਸਤਿਗੁਰੂ ਹੈ ਬੋਇਥਾ ਵਿਰਲੇ ਕਿਨਾ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਸਤਿਗੁਰੂ ਜਹਾਜ਼ ਹੈ ਜੋ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ। ਪਰ ਕਿਸੇ ਵਿਰਲੇ ਨੇ ਇਹ ਵਿਚਾਰ ਆਪਣੇ ਮਨ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਧਾਰਨ ਕੀਤੀ ਹੈ। ਸੋ ਆਓ ਗੁਰਬਾਣੀ ਦੇ ਨਾਲ ਕਥਾ ਵਿਚਾਰ ਦੇ ਰੂਪ ਵਿੱਚ ਜੁੜਨ ਦਾ ਆਪਾਂ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਚੱਲ ਰਹੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਆਸਾ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ, ਤੇ ਇੱਥੇ ਆਸਾ ਰਾਗ ਦੇ ਵਿੱਚ ਇਹ ਭਗਤ ਕਬੀਰ ਸਾਹਿਬ ਦਾ ਅਖੀਰਲਾ ਸ਼ਬਦ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਸਾਨੂੰ ਕੀ ਉਪਦੇਸ਼ ਕਰ ਰਹੇ ਹਨ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਔਰ ਬਿਲਕੁਲ ਵੇਖੋ ਅੱਜ ਦੀ ਸ਼ਬਦ ਦੀ ਵਿਚਾਰ ਅੱਜ ਦੇ ਪਾਵਨ ਦਿਹਾੜੇ ਦੇ ਨਾਲ ਬਿਲਕੁਲ ਮਿਲਦੀ ਜੁਲਦੀ ਹੈ। ਜਿਸ ਸਮੇਂ ਦਾ ਸੰਸਾਰ ਬਣਿਆ ਹੈ, ਮਨੁੱਖ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਇੱਕ ਬਹੁਤ ਭਾਰੀ ਇੱਛਾ ਹੈ। ਮਨੁੱਖ ਦਾ ਜੀਵਨ ਦੋ ਪਹਿਲੂ ਹਨ। ਇੱਕ ਸਾਡੇ ਜੀਵਨ ਦਾ ਸੰਸਾਰਿਕ ਪਹਿਲੂ ਹੈ ਔਰ ਇੱਕ ਸਾਡਾ ਆਤਮਿਕ ਪਹਿਲੂ ਹੈ।
ਸਾਡਾ ਜਿਹੜਾ ਜੀਵਨ ਹੈ ਇਹਦੇ ਦੋ ਪੱਖ ਨੇ ਗੁਰਮੁਖੋ। ਇੱਕ ਸਾਡਾ ਵੇਖੋ ਜਿਵੇਂ ਸਰੀਰ ਦਾ ਢਾਂਚਾ ਹੈ ਔਰ ਇੱਕ ਸਾਡਾ ਆਤਮਿਕ ਢਾਂਚਾ ਹੈ। ਇੱਕ ਜੀਵ ਆਤਮਾ ਹੈ ਔਰ ਇੱਕ ਸਰੀਰ ਹੈ। ਜਿਸ ਸਮੇਂ ਦਾ ਸੰਸਾਰ ਬਣਿਆ ਹੈ, ਮਨੁੱਖ ਜਿੱਥੇ ਆਪਣੇ ਸਰੀਰ ਨੂੰ ਪਾਲਣ ਵਿੱਚ ਸੰਭਾਲਣ ਵਿੱਚ ਲੱਗਾ, ਇਹਨੂੰ ਸਰੀਰ ਦਾ ਬੋਧ ਹੋਇਆ ਅਤੇ ਸਰੀਰ ਦੇ ਬੋਧ ਦੇ ਬਾਅਦ ਇਹਨੂੰ ਭੁੱਖ ਲੱਗੀ, ਪਿਆਸ ਲੱਗੀ, ਤਾਂ ਫਿਰ ਇਹਨੇ ਭੋਜਨ ਦੀ ਖੋਜ ਜਿਹੜੀ ਹੈ ਉਹ ਕਰਨੀ ਸ਼ੁਰੂ ਕੀਤੀ। ਅਤੇ ਅੱਜ ਆਪਾਂ ਵੇਖਦੇ ਹਾਂ ਮਨੁੱਖ 36 ਤਰ੍ਹਾਂ ਦੇ ਪਦਾਰਥ ਜਿਹੜੇ ਨੇ ਵੰਨ ਸਵੰਨੇ ਉਹ ਤਿਆਰ ਕਰਕੇ ਬਣਾ ਕਰਕੇ ਖਾ ਰਿਹਾ ਹੈ, ਛਕ ਰਿਹਾ ਹੈ। ਭੋਜਨ ਦੇ ਵਿੱਚ ਇੰਨੀ ਵੱਡੀ ਪ੍ਰਗਤੀ, ਇਹਨੂੰ ਭੋਜਨ ਦੇ ਵਿੱਚ ਇੰਨੀ ਵੱਡੀ ਤਰੱਕੀ ਇਹ ਕਿਵੇਂ ਹੋਈ ਹੈ? ਜਦੋਂ ਇਹਨੂੰ ਆਪਣੀ ਭੁੱਖ ਮਹਿਸੂਸ ਹੋਈ ਹੈ ਤਾਂ ਇਹਨੇ ਭੋਜਨ ਨੂੰ, ਪਦਾਰਥ ਨੂੰ ਖੋਜਣਾ ਕੀਤਾ ਹੈ। ਇਸੇ ਤਰ੍ਹਾਂ ਦੂਜੇ ਪਾਸੇ ਹੈ, ਇੱਕ ਸਰੀਰ ਦੀ ਭੁੱਖ ਹੈ ਔਰ ਇੱਕ ਹੈ ਆਤਮਾ ਦੀ ਭੁੱਖ। ਸਰੀਰ ਦੀ ਭੁੱਖ ਭੋਜਨ ਨਾਲ ਮਿਟੇਗੀ, ਆਤਮਾ ਦੀ ਤ੍ਰਿਪਤੀ ਭਜਨ ਦੇ ਨਾਲ, ਬੰਦਗੀ ਦੇ ਨਾਲ, ਸਿਮਰਨ ਦੇ ਨਾਲ ਹੋਵੇਗੀ। ਤੋ ਭਜਨ ਵਾਸਤੇ ਪਰਮਾਤਮਾ ਵਾਹਿਗੁਰੂ ਨਿਰੰਕਾਰ ਨੇ ਜਦੋਂ ਦੀ ਸ੍ਰਿਸ਼ਟੀ ਸਾਜੀ, ਕਿਸੇ ਨਾ ਕਿਸੇ ਰੂਪ ਦੇ ਵਿੱਚ ਦੁਨੀਆ ਵਿੱਚ ਆਏ। ਅਵਤਾਰ ਪੈਗੰਬਰ ਇਹ ਸਭ ਪਰਮਾਤਮਾ ਦੇ ਹੀ ਭੇਜੇ ਹੋਏ ਰੂਪ ਹਨ। ਪਰ ਮਨੁੱਖ ਆਪਾਂ ਵੇਖਦੇ ਹਾਂ ਭੋਜਨ ਦੇ ਵਾਲੇ ਪਾਸੇ ਤਾਂ ਇਹ ਠੀਕ ਹੈ, ਪਰ ਭਜਨ ਵਾਲੇ ਪਾਸੇ ਇਹਨੂੰ ਇੰਨੀ ਸਮਝ ਨਹੀਂ ਆਈ, ਕਿਉਂਕਿ ਜਿਹੜਾ ਸਾਡਾ ਆਤਮਿਕ ਜੀਵਨ ਹੈ ਉਹ ਰੋਗੀ ਹੋ ਗਿਆ। ਵੇਖੋ, ਜੇ ਸਾਡਾ ਸਰੀਰ ਰੋਗੀ ਹੋ ਜਾਵੇ, ਤਾਪ ਚੜ੍ਹਿਆ ਹੋਵੇ ਜਾਂ ਹੋਰ ਵੀ ਕੋਈ, ਸਾਨੂੰ ਭੋਜਨ ਦੀ ਕੋਈ ਵੀ ਵਸਤੂ ਚੰਗੀ ਨਹੀਂ ਲੱਗਦੀ। ਭਾਵੇਂ 36 ਪ੍ਰਕਾਰ ਦੇ ਭੋਜਨ ਪਦਾਰਥ ਤਿਆਰ ਕੀਤੇ ਪਏ ਹੋਣ, ਮਨੁੱਖ ਨੂੰ ਤਾਪ ਚੜ੍ਹਿਆ, ਇਹਦੇ ਸਿਰ 'ਚ ਦਰਦ ਹੈ ਜਾਂ ਕੋਈ ਹੋਰ ਸਰੀਰ ਦੀ ਪ੍ਰੋਬਲਮ ਹੈ, ਇਹ ਉਹਨਾਂ ਪਦਾਰਥਾਂ ਵੱਲ ਵੇਖੇਗਾ ਵੀ ਨਹੀਂ, ਭਾਵੇਂ ਪਦਾਰਥ ਕਿੰਨੇ ਵੀ ਵਧੀਆ ਹਨ। ਇਸੇ ਤਰ੍ਹਾਂ ਜਦੋਂ ਮਨੁੱਖ ਆਤਮਿਕ ਤੌਰ ਤੇ ਰੋਗੀ ਹੋਵੇ, ਇਹਨੂੰ ਨਾ ਕਥਾ ਚੰਗੀ ਲੱਗੇਗੀ, ਨਾ ਇਹਨੂੰ ਕੀਰਤਨ ਚੰਗਾ ਲੱਗੇਗਾ, ਨਾ ਇਹਨੂੰ ਸਿਮਰਨ ਕਰਨਾ ਚੰਗਾ ਲੱਗੇਗਾ, ਨਾ ਸੇਵਾ ਚੰਗੀ ਲੱਗੇਗੀ। ਤਾਂ ਹੀ ਤੇ ਮਹਾਰਾਜ ਨੇ ਬਾਣੀ ਵਿੱਚ ਆਖਿਆ ਹੈ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਵੀ ਸੰਸਾਰ ਵਿੱਚ ਜੋ ਕੁਝ ਵੀ ਦਿਖਾਈ ਦੇ ਰਿਹਾ ਰੋਗ ਨਾਲ ਭਰਿਆ ਹੋਇਆ ਹੈ। ਇੰਨਾ ਹੈ, ਕਿਸੇ ਦਾ ਰੋਗ ਪ੍ਰਗਟ ਹੋ ਗਿਆ ਅਤੇ ਕਿਸੇ ਦਾ ਰੋਗ ਅੰਦਰ ਹੀ ਹੈ। ਗੁਰੂ ਪਾਤਸ਼ਾਹ ਬੜੀ ਗਹਿਰੀ ਦ੍ਰਿਸ਼ਟੀ ਨਾਲ ਦੇਖ ਕੇ ਕਹਿੰਦੇ ਨੇ, ਮਨੁੱਖ ਜੋ ਵੀ ਸੰਸਾਰ ਵਿੱਚ ਦਿਖਾਈ ਦੇ ਰਿਹਾ ਹੈ, ਮਨੁੱਖ ਨਹੀਂ, ਪਸ਼ੂ ਪੰਛੀ ਜਾਨਵਰ ਵੀ। ਜਿਵੇਂ ਮਹਾਰਾਜ ਜੀ ਦੇ ਬਚਨ ਆਉਂਦੇ ਨੇ, ਜੇਵਾ ਰੋਗ ਮੀਨ ਗ੍ਰਸ ਆਨੋ, ਬਾਸਣ ਰੋਗ ਭਵਰ ਬਿਨਸਾਨੋ। ਇਹ ਵੀ ਰੋਗ ਹੈ, ਕਮਜ਼ੋਰੀ ਹੈ। ਤੋ ਸੰਸਾਰ ਰੋਗੀ ਹੈ, ਉਹਦਾ ਕਾਰਨ ਇਹਨੂੰ ਸਹੀ ਖੁਰਾਕ ਨਹੀਂ ਮਿਲੀ। ਸਾਡੇ ਸਰੀਰ ਨੂੰ ਸਹੀ ਖੁਰਾਕ ਨਾ ਮਿਲੇ, ਸਰੀਰ ਰੋਗੀ ਹੋ ਜਾਏਗਾ। ਪਾਣੀ ਸਹੀ ਨਾ ਮਿਲੇ, ਪਦਾਰਥ ਚੰਗਾ ਨਾ ਮਿਲੇ ਕੁਆਲਿਟੀ ਵਾਲਾ, ਸਰੀਰ ਰੋਗੀ ਹੋਣ ਲੱਗ ਜਾਂਦਾ ਹੈ। ਇੰਨੀ ਕੁ ਸਾਡੇ ਮੁਲਕ ਦੇ ਵਿੱਚ ਮਿਲਾਵਟਖੋਰੀ ਵੱਧ ਗਈ। ਅੱਜ ਵੇਖੋ ਕਿੰਨਾ ਇਹ ਸੰਸਾਰ, ਸਰੀਰ ਸਾਡਾ ਦੇਸ਼ ਰੋਗਾਂ ਨਾਲ ਭਰ ਗਿਆ। ਬਿਮਾਰੀਆਂ ਦੀ ਗਿਣਤੀ ਨਹੀਂ ਹੈ, ਮਿਲਾਵਟ ਬਹੁਤ ਜ਼ਿਆਦਾ ਹੋ ਗਈ। ਇਸੇ ਤਰ੍ਹਾਂ ਜਦੋਂ ਭਜਨ ਬੰਦਗੀ ਦੇ ਵਿੱਚ ਵੀ ਮਿਲਾਵਟ ਹੋ ਗਈ ਅਤੇ ਫਿਰ ਆਤਮਿਕ ਤੌਰ 'ਤੇ ਮਨੁੱਖ ਰੋਗੀ ਹੋ ਜਾਂਦਾ ਹੈ।
ਸ਼ਬਦ ਦੀ ਵਿਚਾਰੈ ਪੂਜੋ ਰਾਮ, ਏਕ ਹੀ ਦੇਵਾ ਸਾਚਾ ਨਾਵਣ, ਗੁਰ ਕੀ ਸੇਵਾ। ਇੱਕ ਰਾਮ ਨਾਲ ਜੁੜਨਾ ਕਰੋ। ਤੇ ਮਨੁੱਖ ਨੇ ਪਤਾ ਨਹੀਂ ਕਿੰਨੇ ਕੁ ਆਪਣੇ ਸਵਾਰਥ ਵਾਸਤੇ ਹੋਰ ਮੜੀਆਂ ਮੱਟੀਆਂ ਕਬਰਾਂ ਬਣਾ ਲਈਆਂ। ਇੱਥੋਂ ਸਾਡੀ ਆਤਮਾ ਨੂੰ ਗਲਤ ਖੁਰਾਕ ਮਿਲਣ ਲੱਗ ਪਈ। ਬਾਣਾ ਉਹਨਾਂ ਨੇ ਵੀ ਧਰਮ ਦਾ ਹੀ ਪਾਇਆ, ਅਡੰਬਰ ਰਚ ਲਿਆ। ਉੱਥੋਂ ਜਿਹੜੀ ਚੀਜ਼ ਮਿਲੀ, ਜਿਵੇਂ ਆਪਾਂ ਕਿਸੇ ਹੋਟਲ 'ਚ ਜਾਂਦੇ ਹਾਂ ਜਾਂ ਬਾਜ਼ਾਰ ਵਿੱਚੋਂ ਵੀ ਕੋਈ ਚੀਜ਼ ਲੈ ਕੇ ਆਉਂਦੇ ਹਾਂ, ਅਤੇ ਕਈ ਐਸੇ ਮਨੁੱਖ ਨੇ ਉਹ ਸਮਝੌਤਾ ਨਹੀਂ ਕਰਦੇ। ਉਹ ਕਹਿੰਦੇ ਵੀ ਆਪੇ ਚੰਗੇ ਗਾਹਕ ਵੀ ਆਉਣਗੇ, ਅਸੀਂ ਮਾੜੀ ਚੀਜ਼ ਨਹੀਂ ਰੱਖਣੀ। ਪਰ ਬਹੁਤ ਘੱਟ ਨੇ, ਬਹੁਤ ਜ਼ਿਆਦਾ ਗਿਣਤੀ ਉਹਨਾਂ ਦੀ ਹੈ ਜਿਹੜੇ ਲੋਕ ਮਿਲਾਵਟੀ ਵੇਚਦੇ ਨੂੰ। ਕਹਿੰਦੇ ਸਸਤਾ ਭੋਜਨ ਕਰਕੇ ਵੇਚੋ, ਪਦਾਰਥ ਵੇਚੋ, ਲੋਕ ਭੱਜੇ ਆਉਂਦੇ ਨੇ। ਇਸੇ ਤਰ੍ਹਾਂ ਜਿਹੜੇ ਅਡੰਬਰੀ ਪਖੰਡੀ ਲੋਕ ਸੀ, ਉਹਨਾਂ ਨੇ ਆਪਣੇ ਡੇਰੇ ਖੋਲ੍ਹ ਲਏ, ਆਪਣੇ ਕੋਈ ਨਾ ਕਿਸੇ ਚੀਜ਼ ਨੂੰ ਐਸਾ ਮਾਨਤਾ ਦੇ ਦਿੱਤੀ ਵੀ ਆਓ ਇੱਥੇ ਮੱਥਾ ਟੇਕੋ, ਤੁਹਾਡਾ ਇਹ ਕਾਰਜ ਰਾਸ ਹੋ ਜਾਵੇਗਾ, ਇਹ ਕੁਝ ਤੁਹਾਨੂੰ ਮਿਲ ਜਾਵੇਗਾ। ਤਾਂ ਉਸ ਸਮੇਂ ਦੇ ਵਿੱਚ ਫਿਰ ਐਸੇ ਅਡੰਬਰ ਹੋਣ ਲੱਗ ਪਏ। ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਵੀ ਆਖਿਆ ਹੈ, ਸੱਚ ਕਾਲ ਕੂੜ ਵਰਤਿਆ। ਰੁਪਏ ਹੈ ਨਹੀਂ, ਗੱਡੀ 'ਚ ਕੱਢ ਲਿਆ। ਤਾਂ ਐਸਾ ਅਡੰਬਰ, ਐਸਾ ਪਖੰਡ ਜਿਹੜਾ ਹੈ ਉਹ ਹੋਣ ਲੱਗ ਪਿਆ ਸੰਸਾਰ ਵਿੱਚ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਮਹਾਰਾਜ ਕਹਿੰਦੇ ਦਾਲ ਕਦੇ ਪੈਦਾ ਨਹੀਂ ਹੁੰਦੀ, ਦਾਲ ਕਦੇ ਬੂਟਾ ਨਹੀਂ ਬਣਦਾ। ਭਾਵੇਂ ਕਿੰਨਾ ਵੀ ਵਧੀਆ ਬੀਜ ਜਿਹੜਾ ਦਲਿਆ ਗਿਆ ਦਾਲ ਬਣ ਗਿਆ, ਉਹਨੂੰ ਬੀਜੋਗੇ ਨਹੀਂ ਬਣੇਗੀ ਗੱਲ। ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਸੰਸਾਰ ਦੇ ਵਿੱਚ, ਭਾਈ ਗੁਰਦਾਸ ਜੀ ਲਿਖਦੇ ਨੇ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਹੁਣ ਇਹਨਾਂ ਬਚਨਾਂ ਵੱਲ ਬੜੀ ਗੌਰ ਕਰਨ ਵਾਲੀ ਗੱਲ ਹੈ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਉਣਾ ਸੰਸਾਰ 'ਤੇ ਇਸ ਤਰ੍ਹਾਂ ਹੋਇਆ ਜਿਵੇਂ ਸੂਰਜ ਪ੍ਰਗਟ ਹੁੰਦਾ ਹੈ। ਸੂਰਜ ਦੇ ਪ੍ਰਗਟ ਹੋਣ ਤੋਂ ਪਹਿਲਾਂ ਕੀ ਹੈ? ਹਨੇਰਾ ਹੈ, ਤਾਰੇ ਨੇ। ਇਹ ਦੋ ਚੀਜ਼ਾਂ ਨੇ, ਇੱਕ ਹਨੇਰਾ ਬੜਾ ਹੈ, ਇੱਕ ਤਾਰੇ ਨੇ। ਤਾਰੇ ਕਿੰਨੇ ਵੀ ਹੋਣ ਉਹ ਹਨੇਰੇ ਨੂੰ ਮਿਟਾ ਨਹੀਂ ਸਕਦੇ, ਅਤੇ ਹਨੇਰੇ ਦੇ ਵਿੱਚ ਮਨੁੱਖ ਨੂੰ ਕੋਈ ਵੀ ਮਾਰਗ ਸੁਝਦਾ ਨਹੀਂ ਹੈ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਜਿਹੜੇ ਤੀਸਰੇ ਬਚਨ ਭਾਈ ਗੁਰਦਾਸ ਜੀ ਕਹਿੰਦੇ ਸਾਰੇ ਪਾਸੇ ਧੁੰਦ ਸੀ। ਇੱਕ ਹਨੇਰਾ ਗੁਰਮੁਖੋ ਕਾਲੇ ਰੰਗ ਦਾ ਹੈ, ਇੱਕ ਵਾਈਟ ਕਲਰ ਦਾ, ਚਿੱਟੇ ਰੰਗ ਦਾ, ਉਹਨੂੰ ਆਪਾਂ ਧੁੰਦ ਕਹਿੰਦੇ ਹਾਂ, ਹੈ ਹਨੇਰਾ। ਹਨੇਰੇ ਦਾ ਭਾਵ ਕਿ ਜਿਹੜਾ ਸਾਨੂੰ ਮਾਰਗ ਦਾ ਪਤਾ ਨਾ ਲੱਗਣ ਦੇਵੇ। ਇੱਕ ਤਾਂ ਹਨੇਰਾ ਹੈ ਹੀ ਹਨੇਰਾ, ਪਰ ਇੱਕ ਚਿੱਟਾ ਵਾਈਟ ਹਨੇਰਾ ਜਿਹਨੂੰ ਧੁੰਦ ਕਿਹਾ ਗਿਆ, ਰਸਤਾ ਉਹ ਵੀ ਨਹੀਂ ਪਤਾ ਲੱਗਣ ਦਿੰਦੇ ਅੱਗੇ ਕੀ ਆ ਰਿਹਾ, ਕੀ ਹੈ ਕੀ ਨਹੀਂ ਹੈ। ਐਸਾ ਬਚਨ ਭਾਈ ਗੁਰਦਾਸ ਜੀ ਕਿਉਂ ਕਹਿ ਰਹੇ ਹਨ? ਜਿਹੜੀ ਧੁੰਦ ਹੈ ਉਹਦਾ ਭਾਵ ਕਿ ਪਖੰਡੀ ਲੋਕ ਜਿਨ੍ਹਾਂ ਨੇ ਧਰਮ ਦਾ ਬਾਣਾ ਪਾਇਆ ਹੋਇਆ ਸੀ, ਉਹ ਵੀ ਲੋਕਾਂ ਨੂੰ ਸੱਚ ਦੇ ਮਾਰਗ ਵੱਲ ਨਹੀਂ ਤੋਰ ਰਹੇ ਸੀ। ਧੁੰਦ ਬੜੀ ਗਹਿਰੀ ਸੀ, ਭਾਵ ਬਹੁਤ ਲੋਕ ਪਖੰਡੀ, ਸਾਰੇ ਪਾਸੇ ਪਖੰਡ ਹੀ ਪਖੰਡ ਚੱਲਿਆ ਹੋਇਆ ਸੀ। ਜਿਹੜੇ ਪਖੰਡੀ ਲੋਕ ਨੇ ਉਹ ਕਦੇ ਨਹੀਂ ਚਾਹਣਗੇ ਗੁਰਬਾਣੀ ਦੀ ਸਹੀ ਵਿਆਖਿਆ ਹੋਵੇ। ਕੋਈ ਪਰਮਾਤਮਾ ਦੀ ਗੱਲ ਕਰੇ ਸਿੱਧਾ, ਉਹਨਾਂ ਨੇ ਗੱਲ ਘੁਮਾ ਫਿਰਾ ਕੇ ਆਪਣੇ 'ਤੇ ਲਾਗੂ ਕਰਨੀ ਹੁੰਦੀ ਹੈ। ਅੱਜ ਵੀ ਉਹ ਲੋਕ ਨੇ, ਉਹ ਗੁਰਬਾਣੀ ਦੀਆਂ ਬਸ ਉਹੀ ਪੰਕਤੀਆਂ ਲੈਂਦੇ ਨੇ ਜਿਹੜੀਆਂ ਉਹਨਾਂ ਦੇ ਸਵਾਰਥ ਵਿੱਚ ਉਹਨਾਂ ਨੂੰ ਉੱਥੋਂ ਲਾਭ ਮਿਲਦਾ ਹੋਵੇ। ਪੂਰਾ ਸ਼ਬਦ ਨਹੀਂ ਪੜ੍ਹਨਗੇ।
ਕਿਸੇ ਵੀ ਸ਼ਬਦ ਦੀ ਇੱਕ ਪੰਕਤੀ ਲੈ ਲਈ, ਉਹਨੂੰ ਆਪਣੇ 'ਤੇ ਲਾਗੂ ਕਰ ਲਿਆ, ਆਪਣੇ 'ਤੇ ਢੁਕਾ ਲਿਆ। ਉਹਦਾ ਸਾਰਾ ਸਹੀ ਸ਼ਬਦ ਦੇ ਵਿੱਚ ਜੋ ਮਹਾਰਾਜ ਨੇ ਬਖਸ਼ਿਸ਼ ਕੀਤੀ ਹੁੰਦੀ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਭਗਤਾਂ ਦਾ ਸਮਝਾਉਣ ਦਾ ਇੱਕ ਤਰੀਕਾ ਹੈ। ਪਹਿਲਾਂ ਹੋਰਾਂ ਦੀ ਗੱਲ ਕਰਦੇ ਨੇ ਅਤੇ ਬਾਅਦ ਵਿੱਚ ਫਿਰ ਆਪਣਾ ਜਿਹੜਾ ਗੁਰਮਤਿ ਦਾ ਮਾਰਗ ਹੈ ਉਹ ਮਹਾਰਾਜ ਦੱਸਦੇ ਨੇ। ਇੱਕ ਰਾਮ ਨਾਲ ਜੁੜਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦਾ ਅੱਜ ਆਪਾਂ 417ਵਾਂ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਰਾਮਸਰ ਸਾਹਿਬ ਵਾਲੇ ਪਾਵਨ ਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਭਾਈ ਗੁਰਦਾਸ ਜੀ ਦੁਆਰਾ ਕਰਨਾ ਕੀਤੀ ਹੈ। ਅਤੇ ਮਹਾਰਾਜ ਜੀ ਨੇ ਜਿੱਥੇ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ, ਉੱਥੇ ਜਿਹੜੇ ਬਿਲਕੁਲ ਇੱਕ ਰੱਬ ਦੀ ਗੱਲ ਕਰਨ ਵਾਲੇ ਸਨ, ਭਾਵੇਂ ਉਹ ਬ੍ਰਾਹਮਣ ਹੈ, ਭਾਵੇਂ ਉਹ ਕਿਸੇ ਵਰਨ ਦਾ ਹੈ, ਮਹਾਰਾਜ ਜੀ ਨੇ ਉਹਨਾਂ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦਿੱਤੀ। ਜਿਹੜੇ ਕੇਵਲ ਇੱਕ ਰਾਮ ਦੀ, ਇੱਕ ਪਰਮਾਤਮਾ ਦੀ, ਇੱਕ ਪਰਮੇਸ਼ਵਰ ਦੀ ਗੱਲ ਕਰਦੇ ਨੇ, ਪਖੰਡ ਦੇ ਵਿੱਚ ਨਹੀਂ। ਜਿਹੜੇ ਪਖੰਡ ਦਾ ਖੰਡਨ ਕਰਦੇ ਨੇ, ਉਹਨਾਂ ਸਾਰੇ ਭਗਤਾਂ ਦੀ ਬਾਣੀ ਜਿਹੜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਹੈ। ਪਾਵਨ ਸ਼ਬਦ ਭਗਤ ਕਬੀਰ ਸਾਹਿਬ ਦਾ, ਭਗਤ ਕਬੀਰ ਸਾਹਿਬ ਜੀ ਵੀ ਕਹਿ ਰਹੇ ਨੇ, ਪੂਜੋ ਰਾਮ ਏਕ ਹੀ ਦੇਵਾ। ਦੇਵਾ ਦੇਵਤਾ ਕੇਵਲ ਉਹ ਇੱਕੋ ਹੈ, ਉਹ ਹੈ ਪਰਮਾਤਮਾ ਪਰਮੇਸ਼ਵਰ ਵਾਹਿਗੁਰੂ। ਹੋਰ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨੀ। ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੋ ਕਿਆ ਦੇ। ਫਿਰ ਜਿਹੜਾ ਦੁਨੀਆ ਦੇ ਵਿੱਚ ਹੋਰ ਭ੍ਰਾਂਤੀ ਫੈਲਾਈ ਹੋਈ ਸੀ ਵੀ 4 ਵਰਨਾਂ ਦੇ ਵਿੱਚ ਇੱਕ ਮਨੂ ਲਿਖੀ ਹੋਇਆ ਹੈ, ਉਹਨੇ ਸਿਮਰਤੀਆਂ ਲਿਖੀਆਂ ਨੇ। ਉਸ ਸਿਮਰਤੀਆਂ ਦੇ ਵਿੱਚ ਉਹਨੇ ਵਰਨ ਵੰਡ ਕੀਤੀ, ਮਨੁੱਖ ਨੂੰ 4 ਹਿੱਸਿਆਂ ਵਿੱਚ ਵੰਡ ਦਿੱਤਾ। ਇੱਕ ਬ੍ਰਾਹਮਣ ਹੈ, ਇੱਕ ਖੱਤਰੀ ਹੈ, ਇੱਕ ਵੈਸ਼ ਹੈ, ਔਰ ਚੌਥਾ ਹੈ ਸ਼ੂਦਰ। ਅਤੇ ਉਹਨਾਂ ਸਾਰਿਆਂ ਵਾਸਤੇ ਵੱਖੋ ਵੱਖਰਾ ਨੇਮ ਵੀ ਬਣਾ ਦਿੱਤਾ, ਭਾਵ ਪਰਮਾਤਮਾ ਨਾਲੋਂ ਬਿਲਕੁਲ ਤੋੜ ਦਿੱਤਾ। 4 ਵਰਨਾਂ ਵਿੱਚ ਵੰਡ ਕੇ ਸਾਰਿਆਂ ਨੂੰ ਵੱਖੋ ਵੱਖਰੇ ਕਰਮ ਦੇ ਵਿੱਚ ਉਲਝਾ ਦਿੱਤਾ ਵੀ ਕੋਈ ਵੀ ਪਰਮਾਤਮਾ ਨਾਲ ਨਾ ਜੁੜੇ। ਅਤੇ ਬਸ ਚਾਰੇ ਤਰ੍ਹਾਂ ਦੇ ਲੋਕ ਆਪੋ ਆਪਣੀ ਮਾਨਤਾ ਨੂੰ ਪਕੜ ਕੇ ਬਹਿ ਗਏ, ਰੱਬ ਤੋਂ ਟੁੱਟ ਗਏ। ਸੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਭਾਈ ਇੱਕ ਰਾਮ ਨਾਲ, ਇੱਕ ਪਰਮੇਸ਼ਵਰ ਨਾਲ ਜੁੜਨਾ ਕਰੋ। ਉਹਦੇ ਵਾਸਤੇ ਵਿਧਾਨ ਕੀ ਹੈ? ਸਾਚਾ ਨਾਵਣ ਗੁਰ ਕੀ ਸੇਵਾ। ਇੱਕ ਤਾਂ ਜੇ ਪੂਜਾ ਕਰਨੀ ਹੈ ਪਰਮਾਤਮਾ ਦੀ, ਦੂਸਰਾ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ ਬਾਤੀ। ਬਸ ਗੁਰੂ ਦੀ ਸੇਵਾ ਕਰ ਲਵੋ, ਗੁਰੂ ਨੂੰ ਖੁਸ਼ ਕਰ ਲਵੋ, ਸੱਚੇ ਗੁਰੂ ਨੂੰ ਖੁਸ਼ ਕਰ ਲਵੋ ਅਤੇ ਪਰਮਾਤਮਾ ਦੀ ਭਗਤੀ ਕਰੋ, ਤੁਹਾਡਾ ਜੀਵਨ ਸਫਲ ਹੋ ਜਾਵੇਗਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਏ ਨੇ, ਸਾਰੇ ਪਾਸੇ ਬੜਾ ਭਰਮ ਪਖੰਡ ਅੰਧਕਾਰ ਹਨੇਰਾ ਬਣਿਆ ਹੋਇਆ। ਅਤੇ ਭਾਈ ਗੁਰਦਾਸ ਜੀ ਲਿਖਦੇ ਨੇ, ਹੈ ਕਰਦੀ ਸੁਣੀ ਲੁਕਾਈ। ਦੁਨੀਆ ਵਿੱਚ ਸਾਰੇ ਪਾਸੇ ਹਾਹਾਕਾਰ ਮਚੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆ ਕੇ ਇੱਕ ਤਾਂ ਜਿਹੜੇ ਵਾਈਟ ਕਲਰ ਦੀ ਧੁੰਦ ਸੀ, ਪਖੰਡੀ ਲੋਕ, ਉਹਨਾਂ ਦਾ ਵੀ ਖਾਤਮਾ ਕੀਤਾ। ਜਿਹੜੇ ਤਾਰਿਆਂ ਦੀ ਤਰ੍ਹਾਂ ਸਿੱਧ ਪੁਰਸ਼ ਰਿਧੀਆਂ ਸਿੱਧੀਆਂ ਵਸ ਕਰਕੇ ਟਿਮਟਮਾਉਂਦੇ ਪਏ ਸਨ, ਉਹ ਵੀ ਜਿਹੜੇ ਹਨ ਉਹਨਾਂ ਨੂੰ ਵੀ ਮਹਾਰਾਜ ਜੀ ਨੇ ਸਮੱਤ ਦੇਣਾ ਕੀਤੀ। ਅਤੇ ਜਿਹੜੇ ਅੰਧਕਾਰ ਦੇ ਵਿੱਚ ਡੁੱਬੇ ਹੋਏ ਸਨ, ਰਾਜੇ ਵਜ਼ੀਰ ਅਫਸਰ ਲੋਕ, ਉਹਨਾਂ ਨੂੰ ਵੀ ਮਹਾਰਾਜ ਨੇ ਸਮੱਤ ਦਿੱਤੀ। ਇਸ ਤਰ੍ਹਾਂ ਅਤੇ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਬਾਣੀ ਦੇ ਦੁਆਰਾ ਸੰਸਾਰ ਨੂੰ ਸਮਝਾਉਣਾ ਕੀਤਾ, ਪਰਮਾਤਮਾ ਦੇ ਨਾਲ, ਵਾਹਿਗੁਰੂ ਦੇ ਨਾਲ ਜੋੜਨਾ ਕੀਤਾ। ਜਿੱਥੇ ਵੀ ਮਹਾਰਾਜ ਗਏ ਨੇ, ਭਾਈ ਗੁਰਦਾਸ ਜੀ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਲਿਖਿਆ ਹੈ ਕਿ
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਤਾਂ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋ ਗਈ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਹੋਈ, ਫਿਰ ਪ੍ਰਕਾਸ਼ ਹੋਇਆ ਨਾ। ਸੰਪਾਦਨਾ ਸ਼ੁਰੂ ਗੁਰੂ ਨਾਨਕ ਦੇਵ ਜੀ ਨੇ ਕਰ ਦਿੱਤੀ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ, ਲਿਖਦੇ ਨੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਬਾਬਾ ਮੱਕੇ ਗਿਆ, ਨੀਲ ਰੂਪ ਧਰੇ ਬਣਵਾਰੀ, ਆਸਾ ਹਸ ਕਿਤਾਬ ਕਛ। ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਮੱਕੇ ਗਏ ਨੇ, ਮਹਾਰਾਜ ਜੀ ਨੇ ਆਪਣੇ ਹੱਥ ਵਿੱਚ ਇੱਕ ਸੋਟਾ ਪਕੜਿਆ ਹੈ ਔਰ ਉਹਨਾਂ ਮਹਾਰਾਜ ਜੀ ਦੇ ਬਗਲ ਦੇ ਵਿੱਚ ਇੱਕ ਕਿਤਾਬ ਹੈ। ਉਹ ਕਿਤਾਬ ਕਿਹੜੀ ਸੀ? ਬਾਣੀ ਦੀ ਪੋਥੀ। ਮਹਾਰਾਜ ਜੋ ਵੀ ਬਾਣੀ ਉਚਾਰਨ ਕਰਦੇ ਸੀ ਉਹ ਬਾਣੀ ਆਪ ਲਿਖ ਲੈਂਦੇ ਸਨ। ਸੰਪਾਦਨਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ੁਰੂ ਕਰ ਦਿੱਤੀ। ਫਿਰ ਜਿੱਥੇ ਜਿੱਥੇ ਮਹਾਰਾਜ ਭਗਤਾਂ ਦੇ ਅਸਥਾਨਾਂ 'ਤੇ ਗਏ, ਉੱਥੋਂ ਵੀ ਬਾਣੀ ਇਕੱਤਰ ਕੀਤੀ। ਉਹ ਬਾਣੀ ਪੋਥੀਆਂ ਦਾ ਰੂਪ ਧਾਰਨ ਕਰਦੀ ਗਈ। ਅਤੇ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣਾ ਜੀ ਭਾਵ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦਿੱਤੀ, ਉਹ ਪੋਥੀਆਂ ਨਾਲ ਹੀ ਦਿੱਤੀਆਂ। ਇਸ ਤਰ੍ਹਾਂ ਉਹ ਸਾਰੀ ਬਾਣੀ ਇਕੱਤਰ ਹੁੰਦੀ ਗਈ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਸੰਪਾਦਨਾ ਦੀ ਲੋੜ ਕਿਉਂ ਪਈ? ਕਿਉਂਕਿ ਕੁਝੀਆਂ ਚਾਲਾਂ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈਆਂ ਸਨ। ਆਪਾਂ ਜਦੋਂ ਗੁਰਬਾਣੀ ਨੂੰ ਪੜ੍ਹੀਏ ਤਾਂ ਉੱਥੋਂ ਆਪਾਂ ਨੂੰ ਪੁਆਇੰਟ ਮਿਲਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਰ ਰਹੇ ਨੇ, ਪਰ ਉਸ ਸਮੇਂ ਖਾਸ ਕਰਕੇ ਲੋੜ ਕਿਉਂ ਪਈ? ਜਦੋਂ ਆਪਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਨਾ, ਆਨੰਦ ਸਾਹਿਬ ਜੀ ਦੀ, ਮਹਾਰਾਜ ਕਹਿੰਦੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਕੱਚੀ ਬਾਣੀ ਉਸ ਸਮੇਂ ਉਚਾਰਨ ਹੋਣ ਲੱਗ ਪਈ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਹੇਠਾਂ। ਅੱਜ ਵੀ ਉਸ ਤਰ੍ਹਾਂ ਦੀਆਂ ਲਿਖਤਾਂ ਮਿਲਦੀਆਂ ਨੇ। ਅਤੇ ਤੁਸੀਂ ਵੇਖੋ, ਤੁਹਾਡੇ ਘਰਾਂ ਵਿੱਚ ਕਈ ਵਾਰ ਪਾਠੀ ਸਿੰਘ ਪ੍ਰਸ਼ਾਦਾ ਛਕਣ ਜਾਂਦੇ ਨੇ ਨਾ, ਅਤੇ ਉਹ ਸ਼ਲੋਕ ਪੜ੍ਹਦੇ ਨੇ, ਸਤੀ ਦੇ ਸੰਤੋਖੀ ਖਾਏ ਕਉ ਨਾਨਕ ਦਰ ਦੀਦਾਰ ਸਮਾਏ। ਇਹ ਗੁਰੂ ਦੀ ਬਾਣੀ ਨਹੀਂ ਹੈ, ਮਿਲਾਵਟ ਕਰ ਦਿੱਤੀ ਗਈ। ਸਤੀ ਦੇ ਸੰਤੋਖੀ ਖਾਏ ਗੁਰਬਾਣੀ ਨਹੀਂ ਹੈ, ਪਰ ਆਪਾਂ ਸੁਣਦੇ ਹਾਂ ਅਤੇ ਪਾਠੀ ਪੜ੍ਹੀ ਜਾਂਦੇ ਨੇ ਜਿਵੇਂ ਕਿਸੇ ਤੋਂ ਸੁਣਿਆ ਹੈ, ਕੋਈ ਵਿਚਾਰ ਨਹੀਂ। ਇੱਕ ਹੋਰ ਆਪਾਂ ਇਹ ਵੀ ਸੁਣਦੇ ਹਾਂ ਕਿ ਨਾਮ ਕੁਮਾਰੀ ਨਾਨਕਾ ਚੜ੍ਹੀ ਰੇ ਦਿਨ ਰਾਤ। ਇਹ ਵੀ ਕੱਚੀ ਬਾਣੀ ਹੈ, ਗੁਰਬਾਣੀ ਨਹੀਂ ਹੈ। ਇਸ ਤਰ੍ਹਾਂ ਦੀ ਬਾਣੀ ਉਸ ਸਮੇਂ ਗੁਰੂ ਨਾਨਕ ਦੇ ਨਾਮ ਹੇਠਾਂ ਉਚਾਰੀ ਜਾਣ ਲੱਗ ਪਈ ਸੀ। ਅਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਵੀ ਇਹ ਤਾਂ ਫਿਰ ਰਲ ਗੱਡ ਹੋ ਜਾਵੇਗਾ। ਦੁਨੀਆ ਦੇ ਜਿੰਨੇ ਵੀ ਗ੍ਰੰਥ ਨੇ ਨਾ ਗੁਰਮੁਖੋ, ਉਹ ਜਿੰਨੇ ਵੀ ਅਵਤਾਰ ਪੈਗੰਬਰ ਆਏ, ਉਹਨਾਂ ਨੇ ਆਪਣੀ ਹਯਾਤੀ ਵਿੱਚ ਨਹੀਂ ਲਿਖੇ। ਉਚਾਰਨ ਜ਼ਰੂਰ ਕੀਤੇ, ਪਰ ਉਹਨਾਂ ਨੂੰ ਲਿਖਤੀ ਰੂਪ ਵਿੱਚ ਬਾਅਦ ਵਿੱਚ ਕਿਸੇ ਹੋਰ ਨੇ ਦਿੱਤਾ। ਇਸੇ ਕਰਕੇ ਉਹਨਾਂ ਗ੍ਰੰਥਾਂ ਦੇ ਵਿੱਚ ਮਿਲਾਵਟ ਹੈ। ਉਹਨਾਂ ਗ੍ਰੰਥਾਂ ਦੇ ਵਿੱਚ ਮਿਲਾਵਟ ਹੋਣ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਅਵਤਾਰਾਂ ਨੇ ਜੋ ਬਾਣੀ ਉਚਾਰਨ ਕੀਤੀ, ਉਹ ਬਾਅਦ ਵਿੱਚ ਕਾਫੀ ਸਮਾਂ ਬਾਅਦ ਵਿੱਚ ਲਿਖੀ ਗਈ, ਜਿਵੇਂ 100 ਸਾਲ 200 ਸਾਲ ਬਾਅਦ। ਇਵੇਂ ਇੰਨੇ ਵੱਡੇ ਵਕਬੇ ਦੇ ਨਾਲ ਤਾਂ ਫਿਰ ਉਹਦੇ ਵਿੱਚ ਮਿਲਾਵਟ ਹੋਣੀ ਸੁਭਾਵਿਕ ਸੀ। ਸਾਡੇ ਚੰਗੇ ਭਾਗ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਹਯਾਤੀ ਦੇ ਵਿੱਚ ਜਦੋਂ ਵੇਖਿਆ, ਫਿਰ ਬਾਬਾ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ, ਅੱਗੋਂ ਉਹਨਾਂ ਦਾ ਪੁੱਤਰ ਹਰਜੀ, ਉਹਨਾਂ ਨੇ ਵੀ ਬਹੁਤ ਸਾਰੀ ਆਪਣੀ ਕੱਚੀ ਬਾਣੀ ਉਚਾਰਨ ਲਿਖਣੀ ਸ਼ੁਰੂ ਕਰ ਦਿੱਤੀ ਸੀ। ਤੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਹਯਾਤੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ। ਔਰ ਅੱਜ ਦੇ ਦਿਨ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਪ੍ਰਕਾਸ਼ ਕੀਤਾ। ਉੱਥੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ, ਬੁੱਢਾ ਸਾਹਿਬ ਖੋਲ੍ਹੋ ਗ੍ਰੰਥ, ਲਿਓ ਆਵਾਜ਼ ਸੁਣੈ ਸਭ ਪੰਥ। ਅਤੇ ਉਸ ਸਮੇਂ ਬਾਬਾ ਬੁੱਢਾ ਸੀ, ਉਹਨਾਂ ਨੇ ਫਿਰ ਬੜੇ ਸਤਿਕਾਰ ਦੇ ਨਾਲ
अदब सैत तब ग्रंथ को खोला, ले बाग बूढ़ा तब बोला। ते हुक्मनामा आया सी सूही महला पंजवा, संतां के कारज आप खलोया। हर काम करावन आया राम। तो धन गुरु ग्रंथ साहिब महाराज जी का अज दे दिन भादरों सुदी एकम 1661 विक्रमी संमत ईस्वी सन 1604 पहली सितंबर का दिन सी। उस दिन पहला प्रकाश होया। तो महाराज सच्चे पातशाह जी ने वेखो संपादना तो गुरु नानक देव जी ने शुरू कर दी सी, क्योंकि बाणी उन्होंने पोथियां विच आप अपने लिखी है। तो उसकी मुकम्मलता फिर आके हुंदी, संपूर्णता हुंदी गुरु गोबिंद सिंह महाराज जी ते। श्री गुरु तेग बहादुर साहब महाराज जी की बाणी दमदमा साहब की धरती ते गुरु गोबिंद सिंह महाराज जी सेवा करांदे ने। भाई मनी सिंह जी गुरु तेग बहादुर साहब महाराज जी की बाणी चाढ़ते हैं। सारी बाणी दीवार तो लिखी जाती है, क्योंकि गुरु ग्रंथ साहब महाराज जी के बहुत सारे पहला स्वरूप जिहड़े हैं वो तैयार हो चुके सन। धन गुरु गोबिंद सिंह महाराज सच्चे पातशाह जी उन्होंने फिर संपूर्णता की, जो पिछले दिन ही आप संपूर्णता दिवस महाराज जी का मनाया है। और इस पावन स्वरूप नूं आदि श्री गुरु ग्रंथ साहब दमदमा साहब वाली बीड़, जितने भी वर्ल्ड विच गुरु ग्रंथ साहब जी प्रकाश होंदे ने गुरु घरां विच, उस बीड़ नूं दमदमा साहब वाली बीड़ आख्या जाता है, क्योंकि इत्थे फिर संपूर्णता हुई। सो साध संगत धन गुरु ग्रंथ साहब महाराज जी की पावन बाणी भगत कबीर साहब जी उपदेश कर रहे ने। पूजो राम एक ही देवा, साचा नावन गुर की सेवा। इसे शब्द ही आप बाकी विचार आने वाले समय अंदर करांगे, क्योंकि महाराज जी का प्रकाश गुरपुरब है। तो भोग पाए जाने ने श्री सहज पाठ जी दे। आओ हुण भोग दे श्लोक जिहड़े हन वो शुरू होने ने। सो साध संगत जीओ, धन गुरु ग्रंथ साहब महाराज जी के पावन पहले प्रकाश गुरपुरब दीआं आप संगतां नूं लख लख वधाइयां होण। सवाओ हुण नौवें पातशाह जी के उच्चारण किए हुए पावन श्लोक शब्द आपां सरवण करिए जी। हाँ जी, कट के दुबारे ला दो।